ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ। ਗੁਰਮੁਖ ਸਚ ਸੰਜਮ ਤਤ ਗਿਆਨ। ਗੁਰਮੁਖ ਸਾਚੇ ਲੱਗੈ ਧਿਆਨ। ਗੁਰਮੁਖ ਸਚ ਸੰਜਮ ਤਤ ਗਿਆਨ। ਗੁਰਮੁਖ ਸਾਚੇ ਲੱਗੈ ਧਿਆਨ। ਗੁਰਮੁਖ ਮਨ ਮੇਰੇ ਨਾਮ ਸਮਾਲ। ਸਦਾ ਨਿਭੈ ਚੱਲੈ ਤੇਰੇ ਨਾਲ। ਰਹਾਉ ਗੁਰਮੁਖ ਜਾਤ ਪਤ ਸਚ ਸੋਏ। ਗੁਰਮੁਖ ਅੰਤਰ ਸਖਾਈ ਪ੍ਰਭ ਹੋਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ। ਗੁਰਮੁਖ ਆਪ ਵਡਾਈ ਦੇਵੈ ਸੋਏ। ਗੁਰਮੁਖ ਸ਼ਬਦ ਸਚ ਕਰਨੀ ਸਾਰ। ਗੁਰਮੁਖ ਨਾਨਕ ਪਰਵਾਰੈ ਸਾਧਾਰ। ਗੁਰਮੁਖ ਸ਼ਬਦ ਸਚ ਕਰਨੀ ਸਾਰ। ਗੁਰਮੁਖ ਨਾਨਕ ਪਰਵਾਰੈ ਸਾਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਚਰਨਾਂ ਵਿੱਚ ਜੁੜ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਵਡਭਾਗੇ ਹੋ ਤਿਲਕ ਤੇ ਜੰਜੂ ਦੇ ਰਾਖੇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਜਾਹਰ ਤੇ ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਅੱਸੂ ਦੇ ਮਹੀਨੇ ਦੀ ਸਕਰਾਂਤ ਦਾ ਦਿਹਾੜਾ ਜਾਣਦਿਆਂ ਹੋਇਆਂ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹੋ। ਗੁਰੂ ਚਰਨਾਂ ਵਿੱਚ ਰਜੋਈਆਂ ਬੇਨਤੀਆਂ ਅਰਦਾਸਾਂ ਕਰ ਰਹੇ ਕਿ ਮਹਾਰਾਜ
ਚੜ੍ਹਿਆ ਹੋਇਆ ਇਹ ਮਹੀਨਾ ਸੁੱਖਾਂ ਦਾ ਬਤੀਤ ਹੋਵੇ। ਤੁਹਾਡੀ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਸੁਣਦਿਆਂ ਬਤੀਤ ਹੋਵੇ। ਅੱਜ ਦੇ ਇਸ ਪਵਿੱਤਰ ਦਿਨ 'ਤੇ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ, ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਮਹਾਰਾਜ ਜੀ ਦੇ ਚਰਨਾਂ ਨਾਲ ਜੋੜ ਕੇ ਗੁਰਦੇਵ ਦੇ ਪਵਿੱਤਰ ਸ੍ਰੀ ਮੁਖਵਾਕ ਨੂੰ ਵਿਚਾਰੀਏ। ਮਹਾਰਾਜ ਜੀ ਗੁਰਮੁਖਾਂ ਦੀ ਸੋਭਾ ਵਰਣਨ ਕਰਦੇ ਨੇ। ਮਨ ਬਿਰਤੀਆਂ ਇਕਾਗਰ ਕਰੀਏ। ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਮ ਪਵਿੱਤਰ ਚਰਣਾ ਕਮਲਾਂ ਵਿੱਚ ਆਪਣੀ ਹਾਜ਼ਰੀ ਭਰਦਿਆਂ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ। ਗੁਰਮੁਖ ਸਚ ਸੰਜਮ ਤਤ ਗਿਆਨ। ਰਾਗ ਵਡਹੰਸ ਹੈ। ਇਹ ਰਾਗ ਵਿਰਾਗ ਜਨਿਆ ਰਾਗ ਹੈ। ਅਕਸਰ ਰਾਗੀ ਸਿੰਘ ਇਸ ਪਾਵਨ ਰਾਗ ਨੂੰ ਜਦੋਂ ਵਿਰਾਗਮਈ ਮਾਹੌਲ ਹੁੰਦਾ ਉਦੋਂ ਗਾਇਨ ਕਰਦੇ ਹਨ। ਵਡਹੰਸ। ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ 'ਚੋਂ ਉਚਾਰਨ ਕਰ ਰਹੇ ਨੇ। ਗੁਰਮੁਖ, ਜਿਨ੍ਹਾਂ ਦਾ ਮੁਖ ਗੁਰੂ ਦੇ ਸਨਮੁਖ ਹੈ, ਜਿਹੜੇ ਆਪਣੇ ਸਤਿਗੁਰਾਂ ਦੇ ਸਨਮੁਖ ਨੇ ਉਹਨਾਂ ਨੂੰ ਗੁਰਮੁਖ ਕਹਿੰਦੇ ਹਨ। ਸਨਮੁਖ ਕੌਣ ਹੁੰਦਾ ਤੇ ਵੇਮੁਖ ਕੌਣ ਹੁੰਦਾ ਹੈ? ਇਹ ਸਵਾਲ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ। ਮਹਾਰਾਜ ਸਨਮੁਖ ਕੌਣ ਹੈ ਔਰ ਵੇਮੁਖ ਕੌਣ ਹੈ? ਸਾਹਿਬ ਜੀ ਨੇ ਬਚਨ ਕੀਤਾ, ਗੁਰਸਿੱਖੋ, ਜਿਵੇਂ ਇੱਕ ਸ਼ਾਹੂਕਾਰ ਦੇ ਕੋਲ ਦੋ ਬੰਦੇ ਆਉਣ, ਸ਼ਾਹੂਕਾਰ ਦੋਹਾਂ ਨੂੰ ਬਰਾਬਰ ਪੈਸੇ ਦੇ ਦੇਵੇ ਤੇ ਆਖੇ ਆ ਪੈਸੇ ਤੁਸੀਂ ਫਲਾਣੇ ਸ਼ਹਿਰ 'ਚ ਜਾਓ, ਆਹ ਸਮਾਨ ਖਰੀਦ ਕੇ ਆਹ ਕੰਮ ਉੱਥੇ ਕਰਕੇ ਵਾਪਸ ਆ ਜਾਓ। ਇੱਕ ਨੇ ਪੈਸੇ ਲਏ, ਦੂਜੇ ਸ਼ਹਿਰ 'ਚ ਗਿਆ, ਜਾ ਕੇ ਜਿਹੜਾ ਕੰਮ ਸ਼ਾਹੂਕਾਰ ਨੇ ਕਰਨ ਭੇਜਿਆ ਸੀ ਉਹ ਕਰਨ ਦੀ ਬਜਾਏ ਉਸ ਪੈਸੇ ਨਾਲ ਜਾ ਕੇ ਵੇਸ਼ਵਾਵਾਂ ਨੂੰ ਨਚਾਉਣਾ ਸ਼ੁਰੂ ਕਰ ਦਿੱਤਾ। ਉਹ ਪੈਸਾ ਜਾ ਕੇ ਜੂਏਬਾਜ਼ੀ 'ਚ ਲਾ ਦਿੱਤਾ, ਸ਼ਰਾਬਾਂ ਦੇ ਵਿੱਚ ਲਾ ਦਿੱਤਾ, ਭੈੜੇ ਮਾੜੇ ਕਰਮਾਂ ਵਿੱਚ ਬਤੀਤ ਕਰ ਦਿੱਤਾ। ਹੁਣ ਆਖਰਕਾਰ ਵਾਪਸ ਤਾਂ ਆਉਣਾ ਸੀ। ਜਦੋਂ ਵਾਪਸ ਆਉਣਾ ਸੀ ਫਿਰ ਉਹ ਵਾਪਸ ਸ਼ਾਹੂਕਾਰ ਕੋਲ ਨਹੀਂ ਜਾ ਸਕਿਆ। ਕੀ ਮੂੰਹ ਲੈ ਕੇ ਜਾਂਦਾ? ਦੂਜਾ ਸਿਆਣਾ ਸੀ, ਉਹਨੇ ਉਸ ਪੈਸੇ ਨਾਲ ਸਹੀ ਵਸਤੂ ਦਾ ਵਪਾਰ ਕੀਤਾ, ਮੁਨਾਫਾ ਖੱਟਿਆ, ਔਰ ਜਿਹੜੇ ਕੰਮ ਨੂੰ ਸ਼ਾਹੂਕਾਰ ਨੇ ਭੇਜਿਆ ਸੀ ਕਰਕੇ ਸਿੱਧਾ ਸ਼ਾਹੂਕਾਰ ਦੇ ਦਰਬਾਰ 'ਚ ਪਹੁੰਚਿਆ। ਉਹ ਸ਼ਾਹੂਕਾਰ ਨੂੰ ਆ ਕੇ ਸਿੱਧਾ ਖਿੜੇ ਮੱਥੇ ਮਿਲਿਆ, ਕਿਉਂਕਿ ਜਿਹੜਾ ਕੰਮ ਸ਼ਾਹੂਕਾਰ ਨੇ ਕਿਹਾ ਸੀ ਕਰਕੇ ਆਇਆ। ਤੇ ਜਿਹੜਾ ਕੰਮ ਸ਼ਾਹੂਕਾਰ ਨੇ ਕਿਹਾ ਸੀ ਕਰਕੇ ਆਇਆ ਉਹਨੂੰ ਕਹਿੰਦੇ ਨੇ ਸਨਮੁਖ। ਜਿਹੜਾ ਹੋਰ ਹੀ ਕਰਮਾਂ ਵਿੱਚ ਜਾ ਕੇ ਪ੍ਰਵਿਰਤ ਹੋ ਗਿਆ, ਮੁੜ ਕੇ ਸ਼ਾਹੂਕਾਰ ਕੋਲ ਆ ਹੀ ਨਹੀਂ ਸਕਿਆ, ਉਹਨੂੰ ਕਹਿੰਦੇ ਨੇ ਬੇਮੁਖ। ਪਰਮੇਸ਼ਰ ਸ਼ਾਹ ਹੈ,
ਔਰ ਸ਼ਾਹ ਪਰਮੇਸ਼ਰ ਨੇ, ਅਕਾਲ ਪੁਰਖ ਨੇ ਜੀਵ ਨੂੰ ਸਵਾਸਾਂ ਦੀ ਪੂੰਜੀ ਦੇ ਕੇ, ਸਵਾਸਾਂ ਦੇ ਪੈਸੇ ਦੇ ਕੇ ਭੇਜਿਆ ਕਿ ਜਾ ਕੇ ਇਹਨੂੰ ਸਹੀ ਥਾਂ 'ਤੇ ਖਰਚ ਕਰੀ। ਇਕਨਾਂ ਨੇ ਆਪਣੇ ਉਹਨਾਂ ਸਵਾਸਾਂ ਦੀ ਪੂੰਜੀ ਨੂੰ ਭੈੜੇ ਭੱਦੇ ਤੇ ਮਾੜੇ ਕਰਮਾਂ 'ਚ ਬਤੀਤ ਕੀਤਾ, ਉਹ ਬੇਮੁਖ ਹੋ ਗਏ। ਇਕਨਾਂ ਨੇ ਉਸੇ ਸਵਾਸਾਂ ਦੀ ਪੂੰਜੀ ਨੂੰ ਭਜਨ ਕਰਦਿਆਂ, ਸਿਮਰਨ ਕਰਦਿਆਂ, ਚੰਗੇ ਕੰਮ ਕਰਦਿਆਂ, ਬਾਣੀ ਪੜ੍ਹਦਿਆਂ ਬਤੀਤ ਕੀਤਾ, ਉਹ ਸਨਮੁਖ ਹੋ ਕੇ ਸਿੱਧੇ ਸ਼ਾਹੂਕਾਰ ਦੇ ਦਰਬਾਰ 'ਚ, ਰੱਬ ਦੇ ਦਰਬਾਰ 'ਚ ਪਹੁੰਚ ਗਏ। ਉਹਨਾਂ ਨੂੰ ਕਹਿੰਦੇ ਆ ਸਨਮੁਖ। ਗੁਰਮੁਖ ਦਾ ਮਤਲਬ ਹੁੰਦਾ ਸਨਮੁਖ, ਜਿਹੜਾ ਗੁਰਮੁਖ ਆਪਣੇ ਗੁਰੂ ਦੇ ਸਾਹਮਣੇ ਹੈ, ਜਿਸ ਦਾ ਮੁਖ ਗੁਰੂ ਵੱਲ ਹੈ, ਸਨਮੁਖ ਹੈ। ਉਸ ਦੀ ਜਿਹੜੀ ਮਰਿਆਦਾ ਹੈ ਸੰਜਮ, ਸੰਜਮ ਕਿਸ ਨੂੰ ਕਹਿੰਦੇ ਨੇ? ਸੰਜਮ ਹੁੰਦਾ ਵੀ ਆਪਣੀਆਂ ਇੰਦਰੀਆਂ 'ਤੇ ਕਾਬੂ ਰੱਖਣਾ। ਜਿਵੇਂ ਕਹਿੰਦੇ ਆ ਬਈ ਖਾਣ ਦਾ ਸੰਜਮ ਰੱਖਿਆ ਕਰ, ਤੈਨੂੰ ਦਿਲ ਦੀ ਬਿਮਾਰੀ ਹੈ, ਡਾਕਟਰ ਨੇ ਕਹਿ ਦਿੱਤਾ ਵੀ ਆਹ ਚੀਜ਼ਾਂ ਦਾ ਖਾਣ 'ਚ ਸੰਜਮ ਰੱਖਣਾ। ਜਾਂ ਕਿਸੇ ਹੋਰ ਪ੍ਰਕਾਰ ਦਾ ਕੋਈ ਤਨ ਦਾ ਸਰੀਰਕ ਰੋਗ ਹੈ, ਕਹਿ ਦਿੱਤਾ ਵੀ ਆਹ ਚੀਜ਼ਾਂ ਦਾ ਸੰਜਮ ਰੱਖਣਾ ਤਾਂ ਬਚਿਆ ਰਹੇਗਾ। ਤੇਰਾ ਲੀਵਰ ਖਰਾਬ ਹੈ, ਤੂੰ ਸ਼ਰਾਬ ਨਹੀਂ ਪੀਣੀ, ਇਹ ਸੰਜਮ ਰੱਖਣਾ। ਤੂੰ ਇਸ ਪ੍ਰਕਾਰ, ਤੇਰੀਆਂ ਅੱਖਾਂ ਦੇ ਵਿੱਚ ਕੋਈ ਕਮੀਆਂ, ਤੂੰ ਧੁੱਪੇ ਨਹੀਂ ਜਾਣਾ, ਸੰਜਮ ਰੱਖਣਾ। ਆਪਰੇਸ਼ਨ ਹੋਇਆ, ਲੈਂਜ ਪਾਏ ਗਏ ਨੇ, ਸਿੱਧਾ ਚਾਨਣੇ 'ਚ ਨਹੀਂ ਜਾਣਾ, ਇਹ ਸੰਜਮ ਹੁੰਦਾ। ਸੰਜਮ ਦਾ ਮਤਲਬ ਇੱਕ ਮਰਿਆਦਾ ਜਿਸ ਵਿੱਚ ਬੰਨ੍ਹ ਲੈਣਾ ਆਪਣੇ ਆਪ ਨੂੰ। ਬੋਲਣ ਦਾ ਵੀ ਸੰਜਮ ਹੈ, ਵੇਖਣ ਦਾ ਵੀ ਸੰਜਮ ਹੈ, ਸੁਣਨ ਦਾ ਵੀ ਸੰਜਮ ਹੈ। ਕੀ ਵੇਖਣਾ ਹੈ, ਕੀ ਬੋਲਣਾ ਹੈ, ਕੀ ਖਾਣਾ ਹੈ, ਕੀ ਸੁਣਨਾ ਹੈ, ਇਹ ਸਭ ਸੰਜਮ ਹੈ। ਕੁਝ ਚੀਜ਼ਾਂ ਤਨ 'ਤੇ ਭਾਰੂ ਹੁੰਦੀਆਂ ਨੇ, ਅਸੀਂ ਉਹਦਾ ਸੰਜਮ ਰੱਖ ਲੈਂਦੇ ਹਾਂ। ਪਰ ਬਹੁਤ ਕੁਝ ਐਸਾ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਸਰੀਰਕ ਕਿਰਿਆ ਕਰਕੇ ਕਰਦੇ ਹਾਂ, ਜਿਸ ਦਾ ਮਨ 'ਤੇ ਅਸਰ ਹੁੰਦਾ, ਉਹ ਸੰਜਮ ਅਸੀਂ ਨਹੀਂ ਰੱਖ ਪਾਉਂਦੇ। ਤਨ ਦਾ ਪਤਾ ਵੀ ਰੋਗੀ ਹੋ ਜਾਏਗਾ, ਜੇ ਆਹ ਤਲੀ ਚੀਜ਼ ਖਾਧੀ ਮੇਰੇ ਲਈ ਠੀਕ ਨਹੀਂ, ਅਸੀਂ ਸੰਜਮ ਰੱਖ ਲਿਆ, ਮੂੰਹ ਬੰਨ੍ਹ ਲਿਆ। ਸ਼ੂਗਰ ਦੀ ਬਿਮਾਰੀ ਹੈ, ਮਿੱਠੇ ਦਾ ਸੰਜਮ ਰੱਖ ਲਿਆ, ਨਹੀਂ ਖਾਣਾ, ਪਤਾ ਮੇਰੇ ਲਈ ਘਾਤਕ ਹੈ। ਪਰ ਬਹੁਤ ਕੁਝ ਐਸਾ ਹੈ ਜੋ ਸਾਡੇ ਮਾਨਸਿਕ ਤੌਰ 'ਤੇ ਸਾਨੂੰ ਖਤਮ ਕਰਦਾ, ਰੋਗੀ ਬਣਾਉਂਦਾ, ਉਹਦਾ ਸੰਜਮ ਅਸੀਂ ਨਹੀਂ ਰੱਖ ਪਾਉਂਦੇ। ਬਾਹਰੋਂ ਭਾਵੇਂ ਅਸੀਂ ਸੰਜਮ ਸਰੀਰ ਦਾ ਰੱਖਿਆ ਵੀ ਹੋਵੇ, ਪਰ ਮਨ ਕਰਕੇ ਨਹੀਂ ਬਣਿਆ ਹੋਇਆ। ਗੁਰਮੁਖ ਦਾ ਜਿਹੜਾ ਸੰਜਮ ਹੈ ਉਹ ਸੱਚਾ ਹੈ। ਬਹੁਤ ਸਾਰੇ ਲੋਕ ਸੰਜਮ ਕੇਵਲ ਇਸ ਕਰਕੇ ਰੱਖ ਕੇ ਵਿਖਾਉਂਦੇ ਆ ਕਿ ਦੁਨੀਆ ਵੇਖੇ ਤੇ ਵਾਹ ਵਾਹ ਕਰੇ, ਵਾਹ ਜੀ ਵਾਹ ਫਲਾਣਾ ਬੰਦਾ ਬੜਾ ਸੰਜਮੀ ਹੈ, ਇੰਨੇ ਸਾਲ ਹੋ ਗਏ ਨੇ ਉਹਨੇ ਆਹ ਰੋਟੀ ਨਹੀਂ ਖਾ ਕੇ ਵੇਖੀ, ਬੜਾ ਸੰਜਮੀ ਹੈ। ਇੰਨੇ ਸਾਲ ਹੋ ਗਏ ਨੇ ਇਕੱਲਾ ਦੁੱਧ ਦੇ ਆਸਰੇ ਜੀ ਰਿਹਾ, ਬੜਾ ਸੰਜਮ ਹੈ। ਕੇਵਲ ਵਿਖਾਵੇ ਮਾਤਰ ਵਾਸਤੇ ਜੇ ਕੋਈ ਸੰਜਮ ਰੱਖਿਆ ਜਾਵੇ, ਉਹ ਸੱਚਾ ਨਹੀਂ ਹੈ, ਉਹ ਸੰਜਮ ਪਖੰਡ ਹੈ। ਕਿ ਮਨ ਵਿੱਚ ਚਾਹਨਾ ਬਣੀ ਹੋਵੇ, ਮਨ ਵਿੱਚ ਇੱਛਾ ਬਣੀ ਹੋਵੇ ਵੀ ਖਾਵਾਂ, ਤਨ ਕਰਕੇ ਛੱਡੀ ਬੈਠੇ, ਉਹ ਫਿਰ ਹੋਰ ਪ੍ਰਕਾਰ ਦੀ ਪ੍ਰਕਿਰਿਆ ਬਣ ਗਈ। ਹਾਂ, ਤਨ ਦਾ ਸੰਜਮ ਰੱਖਦਿਆਂ ਮਨ ਦਾ ਵੀ ਸੰਜਮ ਕਰਨਾ। ਇਹ ਨਹੀਂ ਕੇਵਲ ਤਨ ਦਾ ਸੰਜਮ ਰੱਖਿਆ ਤੇ ਮਨ ਦਾ ਨਹੀਂ ਰੱਖਣਾ, ਮਨ 'ਤੇ ਵੀ ਕਾਬੂ ਪਾਉਣ ਦਾ ਯਤਨ ਕਰਨਾ ਹੈ। ਜਿਹੜਾ ਗੁਰਮੁਖ ਹੈ ਉਹ ਤਨ ਦੇ ਨਾਲ ਨਾਲ ਮਨ ਦਾ ਵੀ ਸੰਜਮ ਰੱਖਦਾ। ਜਦੋਂ ਮਨ ਦਾ ਸੰਜਮ ਬਣ ਜਾਏ, ਤਨ ਦਾ ਸੰਜਮ ਜਿਹੜਾ ਸਫਲ ਹੋ ਜਾਂਦਾ, ਸਕਾਰਥਾ ਹੋ ਜਾਂਦਾ। ਇਸ ਕਰਕੇ ਗੁਰਮੁਖਾਂ ਦਾ ਜੋ ਸੰਜਮ ਹੈ, ਉਹਨਾਂ ਦੇ ਸਰੀਰ ਦੀਆਂ ਇੰਦਰੀਆਂ ਦਾ ਜਿਹੜਾ ਕਾਬੂ ਰੱਖਣਾ, ਉਹਨਾਂ ਨੂੰ ਇੱਕ ਮਰਿਆਦਾ ਵਿੱਚ ਰੱਖਣਾ ਕਿ ਮੇਰੀਆਂ ਇਹ ਸਰੀਰ ਦੀਆਂ ਇੰਦਰੀਆਂ ਜਿਹੜੀਆਂ ਨੇ ਇੱਕ ਮਰਿਆਦਾ ਵਿੱਚ ਸੰਜਮ 'ਚ ਰਹਿਣ। ਧੰਨ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਨਾਲ ਟੁਰੇ ਜਾ ਰਹੇ ਨੇ। ਅਚਾਨਕ ਚਲਦਿਆਂ ਮਹਾਰਾਜ ਜੀ ਦੀ ਸੱਜੀ ਬਾਂਹ ਗੁਰੂ ਅੰਗਦ ਸਾਹਿਬ ਤੋਂ ਅੱਗੇ ਚਲੀ ਗਈ, ਝੂਲ ਕੇ ਲਹਿਰਦੀ ਹੋਈ।
ਚਿੱਤ ਕੀਤਾ ਇਸ ਨੂੰ ਵੱਢ ਕੇ ਸੁੱਟਦਿਆਂ ਇਹਨੇ ਮਹਾਰਾਜ ਜੀ ਦੀ ਬੇਅਦਬੀ ਕੀਤੀ ਉਹਨਾਂ ਤੋਂ ਅੱਗੇ ਲੰਘ ਕੇ। ਮੁੜ ਕੇ ਆਖਿਆ ਜੇ ਵੱਢ ਦਿੱਤੀ ਤੇ ਗੱਲ ਨਹੀਂ ਬਣਨੀ, ਇਹਦੇ ਤੋਂ ਕੰਮ ਹੀ ਨਹੀਂ ਲੈਣਾ। 22 ਸਾਲ ਛਾਤੀ ਨਾਲ ਹਿੱਕ ਨਾਲ ਹੀ ਲਾ ਕੇ ਰੱਖੀ, ਉਹਦੇ ਤੋਂ ਕੰਮ ਨਹੀਂ ਲਿਆ, ਸੁੱਕ ਗਈ। ਇਹ ਇਤਿਹਾਸ ਹੈ। ਇਹ ਕਹਿਣ ਤੋਂ ਭਾਵ ਕਿ ਇੰਦਰੀਆਂ ਦਾ ਵੀ ਸੰਜਮ ਹੁੰਦਾ ਹੈ, ਤਨ ਦਾ ਵੀ ਸੰਜਮ ਹੁੰਦਾ, ਵੀ ਇਹਨਾਂ ਨੂੰ ਵੀ ਇੱਕ ਮਰਿਆਦਾ ਵਿੱਚ ਰੱਖਣਾ ਕਿ ਸਾਡੇ ਸਰੀਰ ਕਰਕੇ ਵੀ ਗੁਰੂ ਸਾਹਿਬ ਦਾ ਕੋਈ ਸਾਡੇ ਕੋਲ ਨਿਰਾਦਰ ਨਾ ਹੋਵੇ, ਤਨ ਕਰਕੇ, ਮਨ ਕਰਕੇ ਵੀ ਨਾ ਹੋਵੇ ਤੇ ਤਨ ਕਰਕੇ ਵੀ। ਸਰੀਰਕ ਤੌਰ 'ਤੇ ਕਈ ਵਾਰ ਅਸੀਂ ਅਣਜਾਣ ਪੁਣੇ ਦੇ ਵਿੱਚ ਬਹੁਤ ਸਾਰੀਆਂ ਬੇਅਦਬੀਆਂ ਕਰ ਬੈਠਦੇ ਹਾਂ। ਨਿਤਨੇਮ ਦੀ ਪੋਥੀ ਹੱਥ ਵਿੱਚ ਫੜੀ ਹੋਈ ਅਨੇਕਾਂ ਨੂੰ ਵੇਖਣ ਵਿੱਚ ਅਕਸਰ ਅਸੀਂ ਵੇਖ ਲੈਂਦੇ ਹਾਂ, ਇੱਕ ਹੱਥ 'ਚ ਪੋਥੀ ਫੜੀ ਆ, ਦੂਜੇ ਹੱਥ ਨਾਲ ਪੈਰ ਨੂੰ ਖੁਰਕੀ ਜਾਂਦੇ। ਪੈਰ ਵਾਲਾ ਉਹੀ ਹੱਥ ਪੋਥੀ ਨੂੰ ਲਾ ਦਿੰਦੇ ਆ ਮੁੜ ਕੇ। ਈਵਨ ਇੱਥੋਂ ਤੱਕ ਵੀ ਕਈ ਲੋਕ ਖਬਰੇ ਉਹ ਅਣਭੋਲ ਨੇ ਜਾਂ ਬਿਲਕੁਲ ਢੋਰ ਜਾਂ ਪਸ਼ੂਆਂ ਵਾਲੀ ਬਿਰਤੀ ਹੈ, ਜਾਨਵਰਾਂ ਵਾਲੀ ਬਿਰਤੀ ਹੈ। ਪੋਥੀ ਫੜੀ ਆ, ਜੀਭ ਦੇ ਨਾਲ ਹੱਥ ਦੇ ਵਿੱਚ ਥੁੱਕ ਲਾ ਕੇ ਫਿਰ ਉਹਦੇ ਨਾਲ ਪੇਜ ਪਰਤਦੇ। ਇੱਥੋਂ ਤੱਕ ਵੀ ਵੇਖਣ ਵਿੱਚ ਆਉਂਦਾ। ਫਿਰ ਤਾਂ ਇਹ ਉਹ ਗੱਲ ਹੋਈ ਵੀ ਇੱਕ ਪੌ ਲੱਥੀ ਨਾਤਿਆਂ, ਦੋਏ ਪੌ ਚੜ੍ਹੀਸ ਹੋਰ, ਵੀ ਜਿੰਨੀ ਮੈਲ ਲਾਈ ਨਹੀਂ ਓਨੀ ਦੁੱਗਣੀ ਹੋਰ ਚਾੜ ਲਈ। ਤੋ ਤਨ ਦਾ ਵੀ ਸੰਜਮ ਹੈ, ਸਰੀਰ ਦਾ ਵੀ ਸੰਜਮ ਹੈ। ਜੇ ਨਿਤਨੇਮ ਕਰ ਰਹੇ ਹੋ, ਪੋਥੀ ਹੈ ਗਲ ਦੇ ਵਿੱਚ, ਹਜੂਰੀਆ ਲੈ ਇਹ ਹਜੂਰੀਆ ਇਸੇ ਕਰਕੇ ਹੈ ਕਿ ਸਰੀਰ ਦੇ ਕਿਸੇ ਅੰਗ ਤੇ ਖੁਰਕ ਹੋਵੇ, ਚਿਹਰੇ ਤੇ, ਇਹਦੇ ਨਾਲ ਉਹਨੂੰ ਕੱਪੜੇ ਨਾਲ ਕੀਤਾ ਜਾ ਸਕਦਾ। ਨਿਛ ਆਵੇ ਤਾਂ ਇਹਨੂੰ ਮੂੰਹ ਤੇ ਕੀਤਾ ਜਾ ਸਕਦਾ, ਪੋਥੀ ਤੇ ਥੁੱਕ ਨਾ ਪਵੇ। ਤੋ ਇਸ ਪ੍ਰਕਾਰ ਹੋਰ ਵੀ, ਇਹ ਤਾਂ ਮੈਂ ਛੋਟੀਆਂ ਜਿਹੀਆਂ ਉਦਾਹਰਨਾਂ ਦਿੱਤੀਆਂ ਜੋ ਅਕਸਰ ਅਸੀਂ ਪੋਥੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਇਹ ਗਲਤੀਆਂ ਕਰਦੇ ਹਾਂ। ਤੋ ਗੁਰਮੁਖ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਦੇ ਆ। ਇਹਨੂੰ ਕਹਿੰਦੇ ਆ ਤਨ ਦਾ ਸੰਜਮ, ਸਰੀਰ ਦਾ ਵੀ ਪੂਰਾ ਸੰਜਮ ਰੱਖਦੇ ਆ ਕਿ ਮੇਰੇ ਕੋਲੋਂ ਤਨ, ਮਨ ਕਰਕੇ, ਬਚਨ ਕਰਕੇ ਔਰ ਕਰਮ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਨਾ ਹੋਵੇ, ਨਿਰਾਦਰ ਨਾ ਹੋਵੇ। ਔਰ ਗੁਰੂ ਪਾਤਸ਼ਾਹ ਸਾਨੂੰ ਸਿਖਾਉਂਦੇ ਆ। ਗੁਰੂ ਅਮਰਦਾਸ ਸਾਹਿਬ ਜਦੋਂ ਜਾਂਦੇ ਨੇ ਗੋਇੰਦਵਾਲ ਸਾਹਿਬ ਨੂੰ, ਤੇ ਮੁੱਖ ਗੋਇੰਦਵਾਲ, ਪਿੱਠ ਗੋਇੰਦਵਾਲ ਸਾਹਿਬ ਵੱਲ, ਮੁੱਖ ਖਡੂਰ ਸਾਹਿਬ ਵੱਲ, ਪੁੱਠੇ ਪੈਰੀ, ਵੀ ਮੇਰੀ ਪਿੱਠ ਵੀ ਨਾ ਕਿਤੇ ਗੁਰੂ ਸਾਹਿਬ ਨੂੰ ਹੋ ਜਾਏ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਗੁਰੂ ਸਾਹਿਬ ਦੀ ਬਰਾਬਰੀ ਕਰਨੀ ਆ ਉਹਨਾਂ ਦੇ, ਪਰ ਉਹਨਾਂ ਸਾਨੂੰ ਜਾਚ ਸਿਖਾਈ ਹੈ, ਸਤਿਕਾਰ ਕਰਨਾ, ਅਦਬ ਰੱਖਣਾ ਗੁਰੂ ਪਾਤਸ਼ਾਹ ਦਾ। ਮਹਾਰਾਜ ਜੀ ਦੇ ਦਰਬਾਰ ਵਿੱਚ ਮੈਂ ਕਈ ਸੱਜਣਾਂ ਨੂੰ ਬੈਠਿਆਂ ਵੇਖਦਾ, ਚਲੋ ਸਰੀਰ ਮਸਤਾਨੇ ਵੀ ਹੋਣ, ਢਾਸਣਾ ਲਾਇਆ ਹੁੰਦਾ ਤੇ ਲੱਤਾਂ ਸਿੱਧੀਆਂ ਮਹਾਰਾਜ ਜੀ ਵੱਲ ਕੀਤੀਆਂ ਹੁੰਦੀਆਂ, ਪਸਾਰੀਆਂ ਹੁੰਦੀਆਂ। ਚਲੋ ਜੇ ਕੋਈ ਸਮੱਸਿਆ ਹੈ ਲੱਤਾਂ ਦੀ, ਘੱਟੋ ਘੱਟ ਇੰਨਾ ਤਾਂ ਵੇਖੋ ਵੀ ਮੇਰੇ ਪੈਰ ਜਿਹੜੇ ਨੇ ਸਤਿਗੁਰਾਂ ਵੱਲ ਹੋ ਰਹੇ ਨੇ, ਮੈਂ ਇਹਦਾ ਹੀ ਖਿਆਲ ਰੱਖ ਲਵਾਂ। ਤੋ ਇਸ ਪ੍ਰਕਾਰ ਇਹ ਛੋਟੀਆਂ ਛੋਟੀਆਂ ਜਿਹੜੀਆਂ ਬਹੁਤ ਸਾਰੀਆਂ ਬੇਅਦਬੀਆਂ ਨੇ ਜਿਹੜੀਆਂ, ਉਹ ਸਾਡੇ ਕੋਲੋਂ ਹੁੰਦੀਆਂ ਨੇ, ਆਮ ਵੇਖਣ ਦੇ ਵਿੱਚ ਆਉਂਦਾ। ਹਾਂ, ਕੋਈ ਅਣਜਾਣ ਪੁਣੇ ਵਿੱਚ ਹੋਵੇ, ਅਣਭੋਲ ਪੁਣੇ ਵਿੱਚ ਕੋਈ ਅੱਖਰ ਵੱਧ ਘੱਟ ਪੜ੍ਹਿਆ ਜਾਵੇ, ਸੁਭਾਵਿਕ ਕਈ ਵਾਰੀ ਕੋਈ ਸਰੀਰਕ ਕਿਰਿਆ ਦੇ ਮੁਤਾਬਕ ਹੋ ਜਾਵੇ, ਉਹ ਗੱਲ ਵੱਖਰੀ ਹੈ। ਪਰ ਜਦੋਂ ਪਤਾ ਹੋਵੇ ਫਿਰ ਜਾਣ ਬੁੱਝ ਕੇ ਕਰੀਏ, ਉਹ ਗਲਤੀ ਹੈ, ਉਹ ਗੁਨਾਹ ਹੈ। ਤੋ ਗੁਰਮੁਖ ਆਪਣੇ ਸਰੀਰ ਦਾ ਸੰਜਮ ਰੱਖਦੇ, ਗੁਰਬਾਣੀ ਦਾ ਵੀ ਸੰਜਮ ਰੱਖਦੇ, ਅਦਬ ਰੱਖਦੇ। ਅਕਸਰ ਕਈ ਗੁਰਬਾਣੀ ਦੀਆਂ ਪਾਵਨ ਪੰਕਤੀਆਂ ਦਾ ਵੀ ਮਖੌਲ ਉਡਾਉਂਦੇ। ਬਹੁਤ ਸਾਰੀਆਂ ਪੰਕਤੀਆਂ ਗੁਰਬਾਣੀ ਦੀਆਂ ਜਿਹੜੀਆਂ ਲੋਕਾਂ ਨੇ ਉੱਦਾਂ ਹੀ ਆਪਣੀਆਂ ਮਨ ਘੜਤ ਕਹਾਣੀਆਂ, ਜਿਹੜੀਆਂ ਸੰਸਾਰਿਕ ਭੈੜੀਆਂ ਕਹਾਣੀਆਂ ਜਿਹੜੀਆਂ ਨੇ, ਉਹ ਜੋੜੀਆਂ ਹੁੰਦੀਆਂ ਨੇ ਨਾਲ। ਤੋ ਇਸ ਪ੍ਰਕਾਰ ਕਰਨਾ ਉਚਿਤ ਨਹੀਂ ਹੈ। ਜਿਹੜੀ ਮਸ਼ਕਰੀ ਹੈ ਨਾ, ਇਹ ਮਸ਼ਕਰੀ ਕਰਨੀ, ਪਰਸੋਂ ਆਪਾਂ ਸ਼ਬਦ ਵਿਚਾਰਿਆ ਸੀ ਨਾ, ਦੁਰਬਾਸਾ ਸੰਗ ਕਰਤ ਠਗੌਰੀ ਜਾਦਵ ਇਹ ਫਲ ਪਾਏ। ਉਹ ਮਸ਼ਕਰੀਆਂ ਕਰਨੀਆਂ ਗੁਰਬਾਣੀ ਨਾਲ, ਉਹ ਵੀ ਯੋਗ ਨਹੀਂ।
ਉਹ ਕੁਲਾਂ ਗਾਲ ਕੇ ਰੱਖ ਦਿੰਦੀ ਹੈ ਮਸ਼ਕਰੀ। ਤੋ ਅਦਬ ਰੱਖਣਾ, ਪੈ ਰੱਖਣਾ ਸਤਿਗੁਰਾਂ ਦਾ। ਗੁਰਬਾਣੀ ਪੜ੍ਹਦਿਆਂ ਮਨ ਬਚ ਕਰਮ ਕਰਕੇ ਗੁਰੂ ਨੂੰ ਸਮਰਪਣ ਹੋਣਾ। ਮੇਰੇ ਸਮੇਤ ਮੈਂ ਆਪਣੇ ਵਿੱਚੇ ਆਪਣੇ ਆਪ ਨੂੰ ਲੈਂਦਿਆਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਮਹਾਰਾਜ ਸਾਨੂੰ ਸਮੱਤ ਪ੍ਰਦਾਨ ਕਰੋ, ਸਮੱਤ ਬਖਸ਼ੋ। ਇਸ ਸਰੀਰ ਕੋਲੋਂ, ਮਨ ਕੋਲੋਂ ਔਰ ਬਚਨ ਕੋਲੋਂ ਸਾਡੇ ਕੋਲੋਂ ਕਿਸੇ ਪ੍ਰਕਾਰ ਆਪ ਜੀ ਦਾ ਨਿਰਾਦਰ ਨਾ ਹੋਵੇ, ਜਾਣੇ ਵਿੱਚ ਵੀ ਔਰ ਅਣਜਾਣੇ ਵਿੱਚ ਵੀ। ਫਿਰ ਵੀ ਆਪਾਂ ਅਰਦਾਸ ਵਿੱਚ ਬਾਅਦ 'ਚ ਭੁੱਲ ਚੁੱਕ ਦੀ ਖਿਮਾ ਦੀ ਯਾਚਨਾ ਕਰਨੀ। ਮਹਾਰਾਜ ਖਿਮਾ ਕਰ ਦਿਓ। ਜਿਸ ਅਗੰਮੀ ਮੰਡਲ 'ਚ ਪਹੁੰਚ ਕੇ ਤੁਸੀਂ ਇਹ ਬਚਨ ਉਚਾਰੇ ਨੇ, ਜਿੱਥੇ ਤੁਹਾਡੀ ਸੁਰਤ ਤਾਰੀਆਂ ਲਾਉਂਦੀ ਹੈ, ਅਸੀਂ ਤਾਂ ਸੈਂਕੜੇ ਜਨਮ ਤਪੱਸਿਆ ਕਰਕੇ ਵੀ ਉੱਥੇ ਨਹੀਂ ਪਹੁੰਚ ਸਕਦੇ। ਅੰਤ ਨਹੀਂ ਹੈ। ਅਗਾਹੋ ਜੋ ਨਾ ਗਹਿਓ ਜਾਏ, ਕਲਗੀਧਰ ਸਵਾਮੀ ਲਿਖਦਾ, ਅਗਾਹੋ ਜੋ ਨਾ ਗਹਿਓ ਜਾਏ। ਜੋ ਅਗਾਹੋ ਪਕੜ ਵਿੱਚ ਨਹੀਂ ਆਉਂਦਾ, ਜੋ ਪਕੜਿਆ ਨਹੀਂ ਜਾ ਸਕਦਾ, ਉਹ ਪਰਮੇਸ਼ਰ ਹੈ। ਅਗੰਜਿਓ ਜੋ ਨਾ ਗੰਜਿਓ ਜਾਏ, ਜਿਹੜਾ ਗਿਣਤੀਆਂ ਵਿੱਚ ਨਹੀਂ ਆ ਸਕਦਾ, ਮਾਪਿਆ ਮਿਣਿਆ ਨਹੀਂ ਜਾ ਸਕਦਾ, ਐਸਾ ਹੈ ਪਰਮੇਸ਼ਰ। ਗੁਰਮੁਖਾਂ ਦਾ ਸੰਜਮ ਸੱਚਾ ਹੈ, ਮਰਿਆਦਾ ਸੱਚੀ। ਤਤ ਗਿਆਨ, ਉਹਨਾਂ ਅੰਦਰ ਤਤਵ ਗਿਆਨ ਹੈ। ਉਹ ਆ ਫੋਕਾ ਜਿਹਾ ਗਿਆਨ ਨਹੀਂ ਚੁੱਕੀ ਫਿਰਦੇ ਹੁੰਦੇ। ਆ ਫੋਕਾ ਗਿਆਨ ਜਿਹੜਾ ਲੋਕਾਂ 'ਚ ਵਿਤੰਡਾ ਪੈਦਾ ਕਰਦਾ, ਆ ਫੋਕਾ ਗਿਆਨ ਜਿਹੜਾ ਲੋਕਾਂ ਵਿੱਚ ਧੜੇ ਬੰਦੀਆਂ ਬਣਾ ਦੇਵੇ। ਗੁਰਮੁਖਾਂ ਦੇ ਅੰਦਰ ਤਤਵ ਗਿਆਨ ਹੈ, ਤਤ ਗਿਆਨ। ਜੋ ਨਿਚੋੜ ਹੈ ਉਸ ਨੂੰ ਜਾਣਦੇ ਨੇ ਗੁਰਮੁਖ। ਉਹ ਆ ਕੂੜ ਕਬਾੜਾ ਜਿਹਾ ਨਹੀਂ ਇਕੱਠਾ ਕਰੀ ਫਿਰਦੇ, ਲੋਕਾਂ ਦੀਆਂ ਜੂਠਾਂ ਨਹੀਂ ਇਕੱਠੀਆਂ ਕਰੀ ਫਿਰਦੇ। ਫਲਾਣੇ ਨੇ ਇੱਦਾਂ ਕਿਹਾ, ਅਮਕੇ ਨੇ ਇੱਦਾਂ ਕਿਹਾ। ਉਹਨਾਂ ਅੰਦਰ ਆਪਣਾ ਨਿਜ ਤਤਵ ਗਿਆਨ ਉਤਪੰਨ ਹੁੰਦਾ ਹੈ। ਹਾਂਜੀ। ਗੁਰਮੁਖ ਸਾਚੇ ਲੱਗੈ ਧਿਆਨ। ਗੁਰਮੁਖਾਂ ਦਾ ਸੱਚੇ ਨਾਲ ਧਿਆਨ ਲੱਗਾ ਹੋਇਆ, ਸੱਚ ਨਾਲ। ਸੱਚਾ ਕੌਣ ਹੈ? ਪਰਮੇਸ਼ਰ ਹੈ। ਸੱਚਾ ਕੌਣ ਹੈ? ਪਰਮੇਸ਼ਰ ਦਾ ਨਾਮ ਸੱਚਾ ਹੈ। ਵਾਹਿਗੁਰੂ ਸੱਚਾ, ਉਹਦਾ ਨਾਮ ਵੀ ਸੱਚਾ ਹੈ। ਗੁਰਮੁਖਾਂ ਦਾ ਉਸ ਸੱਚੇ ਨਾਲ ਧਿਆਨ ਲੱਗਾ ਹੋਇਆ, ਸੱਚੇ ਨਾਲ ਧਿਆਨ ਜੁੜਿਆ ਹੋਇਆ ਹੈ। ਗੁਰਮੁਖ ਮਨ ਮੇਰੇ ਨਾਮ ਸੰਭਾਲ। ਹੇ ਮੇਰੇ ਮਨ, ਤੂੰ ਵੀ ਗੁਰੂ ਦੇ ਮੁਖ ਦੁਆਰਾ ਨਾਮ ਦੀ ਪ੍ਰਾਪਤੀ ਕਰਕੇ ਨਾਮ ਨੂੰ ਸੰਭਾਲ। ਆਪਣੇ ਨਿਜ ਮਨ ਨੂੰ ਸੰਬੋਧਨ ਕਰਦਿਆਂ ਰਹਾਉ ਦੀਆਂ ਪੰਕਤੀਆਂ 'ਚ ਕਹਿੰਦੇ, ਹੇ ਮੇਰਿਆ ਮਨਾ, ਤੂੰ ਵੀ ਗੁਰੂ ਦੇ ਕੋਲ ਚੱਲ, ਗੁਰੂ ਦੇ ਸਨਮੁਖ ਹੋ, ਸਤਿਗੁਰਾਂ ਦੇ ਸਨਮੁਖ ਹੋ ਕੇ ਗੁਰੂ ਪਾਸੋਂ ਨਾਮ ਦੀ ਪ੍ਰਾਪਤੀ ਕਰਕੇ ਉਸ ਨਾਮ ਦੀ ਸੰਭਾਲਣਾ ਕਰ। ਗੁਰਮੁਖ ਮਨ ਮੇਰੇ ਨਾਮ ਸੰਭਾਲ। ਹੇ ਮੇਰਿਆ ਮਨਾ, ਗੁਰੂ ਦੇ ਸਨਮੁਖ ਹੋ ਕੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਸੰਭਾਲਣਾ ਕਰ। ਹਾਂਜੀ। ਸਦਾ ਨਿਭੈ ਚੱਲੈ ਤੇਰਾ ਨਾਲ। ਇਹੀ ਨਾਮ ਹੈ ਜਿਹੜਾ ਸਦਾ ਤੇਰੇ ਨਾਲ ਨਿਭਣਾ। ਜਿਹੜਾ ਨਾਮ ਤੂੰ ਗੁਰੂ ਦੇ ਰਾਹੀਂ ਪ੍ਰਾਪਤ ਕਰਕੇ ਧਿਆਵੇਂਗਾ, ਅਰਾਧੇਂਗਾ, ਇਹੀ ਨਾਮ ਹੈ ਜਿਹੜਾ ਸਦਾ ਤੇਰੇ ਨਾਲ ਨਿਭਣਾ। ਇੱਥੇ ਹੀ ਨਹੀਂ, ਅੱਗੇ ਵੀ ਤੇਰੇ ਨਾਲ ਚੱਲਣਾ। ਚੱਲੈ ਤੇਰੇ ਨਾਲ, ਇੱਥੇ ਵੀ ਸਦਾ ਨਿਭੇਗਾ ਔਰ ਅੱਗੇ ਵੀ ਤੇਰੇ ਨਾਲ ਚੱਲੇਗਾ। ਰਹਾਉ ਗੁਰਮੁਖ ਜਾਤ ਪਤ ਸਚ ਸੋਏ। ਗੁਰਮੁਖਾਂ ਦੀ ਜਾਤ, ਗੁਰਮੁਖਾਂ ਦੀ ਪਾਤ, ਪੰਗਤ। ਪਾਤ ਕਹਿੰਦੇ ਭਾਈਚਾਰਾ, ਪੰਗਤ ਜਿਹਦੇ ਵਿੱਚ ਅਸੀਂ ਬੈਠਦੇ ਉੱਠਦੇ ਹਾਂ, ਸੁਸਾਇਟੀ। ਗੁਰਮੁਖਾਂ ਦੀ ਜਿਹੜੀ ਉਹ ਪਾਤ ਪੰਗਤ ਹੈ, ਉਹ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੈ।
ਇਹੀ ਉਹਨਾਂ ਦੀ ਸ੍ਰੇਸ਼ਟ ਜਾਤੀ ਹੈ, ਇਹੀ ਉਹਨਾਂ ਦੀ ਸ੍ਰੇਸ਼ਟ ਪੱਤ ਪੰਗਤ ਹੈ। ਗੁਰਮੁਖਾਂ ਦੀ ਜਾਤ ਇਹੀ ਹੈ ਕਿ ਉਹ ਗੁਰਮੁਖ ਨੇ, ਔਰ ਗੁਰਮੁਖ ਹੋਣਾ ਸਭ ਤੋਂ ਸ੍ਰੇਸ਼ਟ ਜਾਤੀ ਹੈ। ਮਨਮੁਖ ਵੇਜਾਤ ਕਿਹਾ ਮਹਾਰਾਜ ਜੀ ਨੇ। ਜਿਹੜਾ ਮਨਮੁਖ ਹੈ ਉਹ ਵੇਜਾਤ ਹੈ, ਭੈੜੀ ਜਾਤ ਵਾਲਾ ਹੈ, ਤੇ ਜਿਹੜਾ ਗੁਰਮੁਖ ਹੈ ਉਹ ਸ੍ਰੇਸ਼ਟ ਜਾਤੀ ਵਾਲਾ ਹੈ। ਦੁਨੀਆ ਦੇ ਦ੍ਰਿਸ਼ਟੀ ਵਿੱਚ ਉਹ ਕਿਸੇ ਵਰਨ 'ਚ ਜੰਮਿਆ ਹੋਵੇ, ਕਿਸੇ ਪਰਿਵਾਰ 'ਚ ਜੰਮਿਆ ਹੋਵੇ, ਪਰ ਉਹ ਸ੍ਰੇਸ਼ਟ ਹੈ। ਲੋਕ ਆਖਣ ਇਹਦਾ ਨੀਵਾਂ ਵਰਨ ਹੈ, ਇਹਦੀ ਬਰਾਦਰੀ ਨੀਵੀਂ ਹੈ, ਪਰ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਜੇ ਉਹ ਗੁਰਮੁਖ ਹੈ ਤਾਂ ਸ੍ਰੇਸ਼ਟ ਹੈ, ਉੱਤਮ ਹੈ। ਲੋਕਾਂ ਨੇ ਆਖਿਆ ਇਹ ਨੀਵੀਆਂ ਬਰਾਦਰੀਆਂ ਵਾਲੇ ਨੇ, ਇਹਨਾਂ ਦੀ ਛਾਂ ਪਰਛਾਵਾਂ ਸਾਡੇ ਤਨ 'ਤੇ ਨਾ ਪਵੇ। ਤੇ ਕਲਗੀਆਂ ਵਾਲੇ ਪਾਤਸ਼ਾਹ ਘੁੱਟ ਕੇ ਆਪਣੇ ਗਲ ਨਾਲ ਲਾ ਕੇ ਕਹਿੰਦੇ ਹੈ, ਰੰਗਰੇਟੇ ਗੁਰੂ ਕੇ ਬੇਟੇ, ਇਹ ਮੇਰੇ ਪੁੱਤਰ ਨੇ, ਇਹ ਮੇਰੇ ਬੱਚੇ ਨੇ। ਕਿਉਂਕਿ ਗੁਰਮੁਖਾਂ ਦੀ ਪੱਤ ਔਰ ਉਹਨਾਂ ਦੀ ਜਾਤ ਸ੍ਰੇਸ਼ਟ ਹੋਵੇ। ਪੁੱਛਿਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੂੰ, ਮਹਾਰਾਜ ਜਿਹੜੇ ਆ ਕੰਮੀ ਕਮੀਨ ਜਾਤੀਆਂ ਹੁੰਦੀਆਂ ਨੇ ਕਿਹਨਾਂ ਦੀਆਂ ਨੇ? ਜਿਵੇਂ ਲੋਕ ਕਹਿੰਦੇ ਤਾਂ ਕੰਮੀ ਕਮੀਨ ਨੇ, ਆਪਣੇ ਪੰਜਾਬੀ ਦੀ ਬੋਲੀ ਨੀਵੀਂ ਬਰਾਦਰੀ ਦੇ ਲੋਕਾਂ ਨੂੰ ਇਹ ਤਾਂ ਕੰਮੀ ਕਮੀਨ ਲੋਕ ਨੇ। ਪਾਤਸ਼ਾਹ ਜਰਾ ਤੁਸੀਂ ਦੱਸੋ ਵੀ ਇਹ ਕੰਮੀ ਕਮੀਨ ਲੋਕ, ਭੈੜੀ ਜਾਤੀ ਦੇ ਲੋਕ ਕਿਹੜੇ ਹੁੰਦੇ ਆ? ਤੇ ਮੇਰੇ ਗੁਰਦੇਵ ਕਹਿੰਦੇ, ਖਸਮ ਵਿਸਾਰ ਹੈ ਤੇ ਕਮਜਾਤ। ਜਿਹੜੇ ਉਸ ਰੱਬ ਨੂੰ ਵਿਸਾਰ ਦਿੰਦੇ ਨੇ, ਪਰਮੇਸ਼ਰ ਨੂੰ ਵਿਸਾਰ ਦਿੰਦੇ ਨੇ, ਸਭ ਤੋਂ ਨੀਚ ਜਾਤੀ ਉਸੇ ਦੀ ਹੈ। ਵੀ ਜਿਸ ਰੱਬ ਨੇ ਇੰਨਾ ਕੁਝ ਦਿੱਤਾ ਹੈ ਉਹਨੂੰ ਚੇਤੇ ਕਰਨ ਦੀ ਬਜਾਏ ਭਟਕਦਾ ਫਿਰਦਾ, ਭਰਮਦਾ ਫਿਰਦਾ, ਉਸ ਦਾਤੇ ਦਾ ਸ਼ੁਕਰ ਕਰਨ ਦੀ ਬਜਾਏ ਅਕਿਰਤ ਕਣ ਹੋਇਆ ਫਿਰਦਾ, ਇਹਦੇ ਤੋਂ ਨੀਚ ਕੌਣ ਹੋ ਸਕਦਾ? ਜਿਹੜਾ ਰੱਬ ਦੀਆਂ ਦਾਤਾਂ ਪ੍ਰਾਪਤ ਕਰਕੇ ਉਹਦਾ ਸ਼ੁਕਰਗੁਜ਼ਾਰ ਨਾ ਹੋਵੇ, ਉਸ ਨਿਰੰਕਾਰ ਦਾ ਸ਼ੁਕਰਗੁਜ਼ਾਰ ਨਾ ਹੋਵੇ, ਤੋ ਇਹੋ ਜਿਹਾ ਵਿਅਕਤੀ ਤਾਂ ਅਕਿਰਤ ਕਣ ਹੋਇਆ ਨਾ। ਤੇ ਦੁਨੀਆ ਵਿੱਚ ਸਭ ਤੋਂ ਨੀਚ ਆਦਮੀ ਜਿਹੜਾ ਹੁੰਦਾ ਉਹ ਅਕਿਰਤ ਕਣ ਹੁੰਦਾ। ਅਕਿਰਤ ਕਣ ਸਭ ਤੋਂ ਨੀਚ। ਧਰਤੀ ਵੀ ਇਹੋ ਜਿਹੇ ਬੰਦਿਆਂ ਦਾ ਭਾਰ ਨਹੀਂ ਚੱਲਦੀ, ਬਰਦਾਸ਼ਤ ਨਹੀਂ ਕਰਦੀ। ਉਹ ਵੀ ਇਹੀ ਕਹਿੰਦੀ ਆ, ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ। ਅਕਿਰਤ ਕਣਾਂ ਦਾ ਭਾਰ ਮੇਰੇ ਕੋਲੋਂ ਚੱਲਣਾ ਔਖਾ ਹੈ। ਤੋ ਗੁਰਮੁਖਾਂ ਦੀ ਜਾਤ ਤੇ ਗੁਰਮੁਖਾਂ ਦੀ ਪੱਤ ਸੱਚੀ ਹੈ। ਗੁਰਮੁਖ ਅੰਤਰ ਸਖਾਈ ਪ੍ਰਭ ਹੋਏ। ਗੁਰਮੁਖਾਂ ਦੇ ਅੰਦਰ ਹਰ ਵੇਲੇ ਪ੍ਰਭੂ ਉਹਨਾਂ ਦਾ ਸਖਾਈ ਹੁੰਦਾ, ਹਰ ਵੇਲੇ ਲਗਾਤਾਰ ਨਿਰੰਤਰ ਉਹਨਾਂ ਦੇ ਹਿਰਦੇ 'ਚ, ਗੁਰਮੁਖਾਂ ਦੇ ਹਿਰਦੇ ਵਿੱਚ ਉਹ ਪਰਮੇਸ਼ਰ ਉਹਨਾਂ ਦਾ ਸਖਾਈ ਸਖਾ ਹੋ ਕੇ ਨਾਲ ਨਿਭਦਾ, ਯਾਨੀ ਕਿ ਹਰ ਵੇਲੇ ਉਹਨਾਂ ਦੇ ਹਿਰਦੇ 'ਚ ਰਹਿੰਦਾ ਗੁਰਮੁਖਾਂ ਦੇ। ਵਿਦਵਾਨ ਲਿਖਦਾ, ਸ਼੍ਰੀ ਪ੍ਰਤ ਪ੍ਰਥਮ ਨਮਾਮ ਮਮ, ਸ਼੍ਰੀ ਪਤ ਪ੍ਰਥਮ ਨਮਾਮ ਮਮ, ਯੋਗੀ ਹਿਰਦੈ ਨਿਵਾਸ, ਭੋਗੀ ਹਿਰਦੈ ਉਦਾਸ, ਜੋ ਵੈ ਮਮ ਸਮਤ ਪ੍ਰਕਾਸ਼। ਸ਼੍ਰੀਪਤੀ ਮਾਇਆਪਤੀ ਅਕਾਲ ਪੁਰਖ ਵਾਹਿਗੁਰੂ, ਉਹਨੂੰ ਮੇਰੀ ਨਮਸਕਾਰ। ਸ਼੍ਰੀ ਪਤ ਪ੍ਰਥਮ ਨਮਾਮ ਮਮ, ਸਭ ਤੋਂ ਪਹਿਲਾਂ ਮੈਂ ਉਹਨੂੰ ਮੱਥਾ ਟੇਕਦਾ ਅਕਾਲ ਪੁਰਖ ਨੂੰ। ਯੋਗੀ ਹਿਰਦੈ ਨਿਵਾਸ, ਜਿਹੜਾ ਯੋਗੀਆਂ ਦੇ ਹਿਰਦੇ 'ਚ ਵਸਦਾ। ਯੋਗੀ ਕਿਹੜੇ? ਜੁੜੇ ਹੋਏ। ਕੰਨ ਪਾਟਿਆਂ ਨੂੰ ਯੋਗੀ ਨਹੀਂ ਕਿਹਾ। ਹਾਂ, ਉਹ ਵੀ ਹੋ ਸਕਦੇ ਨੇ ਜੇ ਜੁੜੇ ਹੋਣ, ਨਹੀਂ ਤਾਂ ਕੰਨ ਪਾਟੇ ਜੋਗੀ ਨਹੀਂ। ਭੇਖ ਨਾਮ ਜੋਗ ਦਾ ਨਹੀਂ ਹੈ, ਜੋਗ ਨਾਮ ਜੁੜੇ ਹੋਏ ਦਾ ਹੈ। ਯੋਗਾ ਚਿਤ ਬਿਰਤੀ ਨਿਰੋਧਾ, ਜਿਹਨੇ ਆਪਣੀਆਂ ਚਿੱਤ ਬਿਰਤੀਆਂ ਰੋਕ ਲਈਆਂ ਉਹ ਯੋਗੀ ਹੈ। ਜਿਹਨੇ ਮੁੰਦਰਾਂ ਹੀ ਪਾਈਆਂ ਨੇ, ਸਵਾਹੀ ਮੜੀ ਹੈ, ਚਿੱਪੀ ਫੜੀ ਹੋਈ ਹੈ, ਤੇ ਆਖੇ ਮੈਂ ਯੋਗੀ, ਇਕੱਲੇ ਭੇਖ ਦਾ ਨਾਮ ਯੋਗ ਨਹੀਂ ਹੈ। ਹੋ ਸਕਦਾ ਜੇ ਜੁੜ ਜਾਏ, ਤੇ ਬਿਨਾਂ ਮੁੰਦਰਾਂ ਤੋਂ, ਬਿਨਾਂ ਚਿੱਪੀ ਤੋਂ, ਬਿਨਾਂ ਸਵਾਹ ਮਲਿਆਂ ਤੋਂ ਵੀ ਯੋਗੀ ਹੋ ਸਕਦਾ ਜੋ ਜੁੜਿਆ ਹੋਇਆ। ਤੇ ਮੁੰਦਰਾਂ ਧਾਰਨ ਕਰਕੇ, ਚਿੱਪੀ ਫੜ ਕੇ, ਸਵਾਹ ਮਲ ਕੇ ਵੀ ਯੋਗੀ ਨਹੀਂ ਹੋ ਸਕਦਾ ਜੋ ਜੁੜਿਆ ਨਹੀਂ ਹੋਇਆ।
ਉਸ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ ਜਿਹੜਾ ਯੋਗੀਆਂ ਦੇ ਹਿਰਦੇ 'ਚ ਵਸਦਾ। ਭੋਗੀ ਹਿਰਦੈ ਉਦਾਸ ਜੋ, ਤੇ ਜਿਹੜਾ ਭੋਗੀਆਂ ਦੇ ਹਿਰਦੇ 'ਚ ਉਪਰਾਮ ਹੋ ਕੇ ਰਹਿੰਦਾ, ਭੋਗੀਆਂ ਦੇ ਹਿਰਦੇ ਵਿੱਚ ਉਦਾਸ ਹੋ ਕੇ ਰਹਿੰਦਾ ਰੱਬ। ਉੱਥੇ ਹੁੰਦਾ ਪਰ ਉਦਾਸ ਹੈ। ਭੋਗੀ ਬੰਦੇ ਦਾ ਹਿਰਦਾ ਕਦੇ ਖੇੜੇ 'ਚ ਨਹੀਂ ਹੁੰਦਾ, ਯੋਗੀ ਦਾ ਹਿਰਦਾ ਸਦਾ ਖਿੜਿਆ ਰਹਿੰਦਾ, ਕਿਉਂਕਿ ਉੱਥੇ ਵਸਦਾ। ਵਸਦਾ ਭੋਗੀਆਂ ਅੰਦਰ ਵੀ ਹੈ ਪਰ ਉਦਾਸ ਹੋ ਕੇ ਵਸਦਾ ਹੈ। ਇਸੇ ਕਰਕੇ ਭੋਗੀਆਂ ਦੀ ਮਾਨਸਿਕ ਬਿਰਤੀ ਹਮੇਸ਼ਾ ਉਦਾਸੀਨ ਤੇ ਗਮਗੀਨ ਰਹਿੰਦੀ ਹੈ। ਉਹ ਮੇਰੀ ਮੱਤ ਨੂੰ ਪ੍ਰਕਾਸ਼ਣ ਵਾਲਾ ਹੈ। ਵੈ ਮਮ ਸੁਮਤ, ਉਹ ਮੈਨੂੰ ਸੁਮਤ ਦਾ ਪ੍ਰਕਾਸ਼। ਇੱਥੇ ਕਹਿ ਰਹੇ ਨੇ ਗੁਰਮੁਖਾਂ ਦੇ ਅੰਦਰ ਉਹ ਪ੍ਰਕਾਸ਼ ਕਰਕੇ ਖੇੜੇ ਵਿੱਚ ਵਸਦਾ, ਤੇ ਹਰ ਵੇਲੇ ਗੁਰਮੁਖਾਂ ਨੂੰ ਆਪਣੇ ਅੰਦਰ ਉਹ ਸਖਾਈ ਪ੍ਰਤੀਤ ਹੁੰਦਾ ਵੀ ਉਹ ਮੇਰੇ ਨਾਲ ਹੈ, ਅੰਗ ਸੰਗ, ਉਹ ਮੇਰੇ ਤੋਂ ਦੂਰ ਨਹੀਂ ਹੈ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਸਦਾ ਹੀ ਅੰਗ ਸੰਗ ਹੈ, ਉਹ ਮੇਰੇ ਤੋਂ ਦੂਰ ਨਹੀਂ ਹੈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ। ਇਹ ਗੁਰਮੁਖਾਂ ਦੀ ਅਵਸਥਾ ਹੈ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ। ਹੁਣ ਗੁਰਮੁਖ ਆਪਣੇ ਆਪ ਤਾਂ ਬਣਿਆ ਨਹੀਂ ਜਾ ਸਕਦਾ। ਮੈਂ ਕਈ ਵਾਰੀ ਅਕਸਰ ਹੈਰਾਨ ਹੁੰਨਾ ਕਿ ਲੋਕਾਂ ਦੀ ਮਾਨਸਿਕਤਾ ਦਾ ਪੱਧਰ ਕਿੰਨਾ ਨੀਚ ਹੋ ਚੁੱਕਾ ਹੈ। ਮਾੜੀ ਭੈੜੀ ਸ਼ੈ ਨੂੰ ਜਿਹੜੀ ਕਿਸੇ ਕੰਮ ਨਾ ਆਵੇ, ਰੱਬ ਦਾ ਨਾਂ ਹੈ ਜੀ। ਇਹ ਤਾਂ ਰੱਜ ਕੇ ਨਿਕੰਮਾ ਬੰਦਾ ਹੋਵੇ ਉਹਦੇ ਵਾਸਤੇ ਪਤਾ ਕੀ ਸ਼ਬਦ ਵਰਤਦੇ ਹੈ ਜੀ, ਇਹ ਤਾਂ ਗੁਰਮੁਖੀ ਹੈ ਜੀ, ਬਸ ਇਹ ਤਾਂ ਗੁਰਮੁਖੀ ਹੈ ਜੀ। ਇਹ ਸ਼ਬਦ ਵਰਤਦੇ ਹੈ। ਜਿਹਨੂੰ ਅਕਲ ਨਾ ਹੋਵੇ, ਜਿਸ ਦੀ ਮਤ ਬਿਲਕੁਲ ਮੂਰਖਾਂ ਵਾਲੀ ਹੋਵੇ, ਇਹਨੂੰ ਗੱਲਬਾਤ ਕਰਨ ਦਾ ਵੱਲ ਨਾ ਆਉਂਦਾ ਹੋਵੇ, ਬਾਹਰ ਟੁਰਨ ਫਿਰਨ ਦਾ, ਉੱਠਣ ਬਹਿਣ ਦਾ ਨਾ, ਜੀ ਇਹ ਤਾਂ ਗੁਰਮੁਖ ਹੈ ਜੀ, ਬਸ ਆਹ ਸ਼ਬਦ ਵਰਤਿਆ ਜਾਂਦਾ ਜੀ, ਇਹ ਤਾਂ ਗੁਰਮੁਖੀ ਹੈ ਜੀ ਬਸ। ਪਰ ਖਾਲਸਾ ਜੀ, ਗੁਰਮੁਖ ਦੀ ਅਵਸਥਾ ਇਤਨੀ ਉੱਤਮ ਹੈ, ਸ੍ਰੇਸ਼ਟ ਹੈ। ਗੁਰਮੁਖ ਇੱਦਾਂ ਨਹੀਂ ਬਣਿਆ ਜਾ ਸਕਦਾ। ਗੁਰਮੁਖ ਉਹੀ ਬਣ ਸਕਦਾ ਜਿਸ ਨੂੰ ਸਤਿਗੁਰੂ ਜੀ ਆਪ ਕਿਰਪਾ ਕਰਕੇ ਬਣਾ ਲੈਣ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਆਹ ਹੈ ਗੁਰਮੁਖ। ਇਹ ਹੈ ਗੁਰਮੁਖ ਦੀ ਅਵਸਥਾ। ਤੇ ਜਿਸ ਨੂੰ ਸਤਿਗੁਰੂ ਜੀ ਗੁਰਮੁਖ ਬਣਾਉਂਦੇ ਨੇ ਉਹੀ ਗੁਰਮੁਖ ਹੋ ਜਾਂਦੇ ਹਨ। ਗੁਰਮੁਖ ਆਪ ਵਡਾਈ ਦੇਵੈ ਸੋਏ। ਗੁਰਮੁਖਾਂ ਨੂੰ ਜਿਹੜੀ ਵੱਡੀ ਵਡਿਆਈ ਮਿਲੀ ਹੈ, ਉਹ ਵਡਿਆਈ ਵੀ ਪਰਮੇਸ਼ਰ ਨੇ, ਗੁਰਮੁਖ ਹੋਣ ਦੀ ਵਡਿਆਈ ਉਹ ਪਰਮੇਸ਼ਰ ਨੇ ਦਿੱਤੀ ਹੈ। ਕਿਸੇ ਨੂੰ ਅਗਰ ਗੁਰਮੁਖ ਹੋਣ ਦੀ ਵਡਿਆਈ ਮਿਲੀ ਹੈ, ਪ੍ਰਾਪਤ ਹੋਈ ਹੈ, ਤਾਂ ਉਹ ਵਡਿਆਈ ਵੀ ਗੁਰਮੁਖ ਹੋਣ ਦੀ ਗੁਰੂ ਨੇ ਬਖਸ਼ੀ ਹੈ, ਪਰਮੇਸ਼ਰ ਨੇ ਬਖਸ਼ੀ। ਕਿਉਂਕਿ ਵਡਿਆਈ ਦੀ ਦਾਤ ਤਾਂ ਪਰਮੇਸ਼ਰ ਨੇ ਆਪਣੇ ਹੱਥ 'ਚ ਰੱਖੀ ਹੈ। ਵਡਿਆਈ ਨਾ ਦੁਨੀਆ ਦਾ ਕੋਈ ਵਿਅਕਤੀ ਦੇ ਸਕਦਾ, ਨਾ ਹੀ ਕਿਸੇ ਕੋਲ ਵਡਿਆਈ ਦੇਣ ਦੀ ਕਸ਼ਮਤਾ ਹੈ। ਕਰਤੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਇਹ ਗੱਲ ਹਰ ਇੱਕ ਨੂੰ ਆਪਣੀ ਸੁਰਤੀ ਵਿੱਚ ਚੇਤੇ ਰੱਖਣੀ ਚਾਹੀਦੀ ਹੈ। ਵੱਡੇ ਤੋਂ ਵੱਡੇ ਰੁਤਬੇ 'ਤੇ ਬੈਠੇ ਵਿਅਕਤੀ ਨੂੰ ਖਾਸ ਕਰਕੇ ਇਹ ਵਡਿਆਈ ਕਰਤੇ ਨੇ ਦਿੱਤੀ ਹੈ। ਜੇ ਉਹਨੂੰ ਪਾਇਆ ਤਾਂ ਦੇ ਦਿੱਤੀ ਹੈ, ਜੇ ਉਹ ਚਾਹੇ ਤਾਂ ਉਹ ਖੋ ਵੀ ਸਕਦਾ ਹੈ। ਜਦ ਭਾਵੈ ਲੇਖਸ, ਜੇ ਉਹਨੂੰ ਨਾ ਚੰਗਾ ਲੱਗਾ ਤਾਂ ਉਹਨੇ ਖੋ ਵੀ ਲੈਣੀ ਹੈ। ਅਕਸਰ ਵੱਡੀਆਂ ਵੱਡੀਆਂ ਵਡਿਆਈਆਂ ਨੂੰ ਪ੍ਰਾਪਤ ਕਰਨ ਵਾਲੇ ਲੋਕ ਜਦੋਂ ਭ੍ਰਸ਼ਟ ਹੋ ਜਾਂਦੇ ਨੇ ਤੇ ਫਿਰ ਉਹ ਗਰਕ ਹੁੰਦੇ ਵੀ ਵੇਖੇ ਜਾਂਦੇ ਨੇ। ਲੋਕਾਂ ਦੇ ਬਹਿਸ਼ਕਾਰ ਦਾ, ਲਾਹਨਤਾਂ ਦਾ, ਧਰਕਾਰਾਂ ਦਾ ਸਾਹਮਣਾ ਕਰਦੇ ਵੀ ਵੇਖੇ ਜਾਂਦੇ ਨੇ। ਤੋ ਵਡਿਆਈ ਦੀ ਦਾਤ ਪਰਮੇਸ਼ਰ ਨੇ ਆਪਣੇ ਹੱਥ ਰੱਖੀ ਹੈ। ਜਿਹੜਾ ਉਹਨੂੰ ਪਾ ਜਾਵੇ ਉਹਨੂੰ ਗੁਰਮੁਖ ਹੋਣ ਦੀ ਵਡਿਆਈ ਬਖਸ਼ਦਾ ਹੈ।
ਗੁਰਮੁਖ ਸ਼ਬਦ ਸਚ ਕਰਨੀ ਸਾਰ। ਗੁਰਮੁਖ ਸਤਿਗੁਰਾਂ ਦੇ ਸੱਚੇ ਸ਼ਬਦ ਨਾਲ ਜੁੜੇ ਨੇ ਔਰ ਸਤਿਗੁਰਾਂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਜਿਹੜੀ ਸ੍ਰੇਸ਼ਟ ਕਰਨੀ ਹੈ, ਚੰਗੀ ਕਰਨੀ, ਉਹ ਕਰਨੀ ਕਰਦੇ ਨੇ ਗੁਰਮੁਖ। ਗੁਰਮੁਖਾਂ ਕੋਲੋਂ ਮਾੜੇ ਭੈੜੇ ਮੰਦੇ ਕਰਮ ਨਹੀਂ ਹੁੰਦੇ, ਉਹ ਕੰਮ ਕਰਦੇ ਨੇ ਜਿਹੜਾ ਗੁਰੂ ਨੂੰ ਭਾਉਂਦਾ ਹੈ। ਗੁਰਮੁਖ ਨਾਨਕ ਪਰਵਾਰੈ ਸਾਧਾਰ। ਗੁਰਮੁਖ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ ਕਿ ਉਹ ਆਪਣਾ ਪਰਿਵਾਰ ਵੀ ਸੁਧਾਰ ਲੈਂਦੇ ਹੈ, ਉਹ ਆਪਣਾ ਟੱਬਰ ਵੀ ਸੁਧਾਰ ਲੈਂਦੇ ਹੈ। ਕੋਈ ਗੁਰਮੁਖਤਾਈ ਦੇ ਰੰਗ ਵਿੱਚ ਰੰਗਿਆ ਹੋਵੇ, ਹਾਂ ਕੋਈ ਇੱਕ ਅੱਧਾ ਲਪੋੜ ਸੰਖ ਨਿਕਲ ਆਵੇ ਘਰ ਵਿੱਚੋਂ, ਗੱਲ ਵੱਖਰੀ ਹੈ, ਨਹੀਂ ਤਾਂ ਉਹਦਾ ਅਸਰ, ਉਹਦਾ ਪ੍ਰਭਾਵ ਸਾਰਾ ਪਰਿਵਾਰ ਕਬੂਲਣ ਲੱਗ ਪੈਂਦਾ। ਹੋ ਸਕਦਾ ਹੈ ਕੋਈ ਇੱਕ ਅੱਧਾ ਇਹੋ ਜਿਹਾ ਮੰਦ ਕਰਮਾ ਹੋਵੇ ਵੀ ਅੰਮ੍ਰਿਤ ਕੋਲ ਰਹਿ ਕੇ ਵੀ ਉਹ ਜ਼ਹਿਰ ਵੱਲ ਦੌੜੇ, ਨਹੀਂ ਤਾਂ ਅਕਸਰ ਗੁਰਮੁਖਾਂ ਦੇ ਪਰਿਵਾਰ ਵੀ ਸਿੱਧ ਰਹਿੰਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੂੰ ਸਿੱਖਾਂ ਬੇਨਤੀ ਕੀਤੀ, ਮਹਾਰਾਜ ਅਸੀਂ ਬਾਣੀ ਪੜ੍ਹਦੇ ਹਾਂ, ਭਜਨ ਕਰਦੇ ਹਾਂ, ਕਈ ਵਾਰੀ ਬੱਚੇ ਆਖੇ ਨਹੀਂ ਲੱਗਦੇ, ਪਰਿਵਾਰ ਆਖੇ ਨਹੀਂ ਲੱਗਦਾ, ਇਹਨਾਂ ਦਾ ਉਧਾਰ ਕਿਵੇਂ ਹੋਵੇਗਾ? ਸਤਿਗੁਰਾਂ ਬਚਨ ਕੀਤਾ, ਇਹ ਬਚਨ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਨੇ ਆਪਣੀ ਕਲਮ ਨਾਲ ਲਿਖੇ ਹੈ। ਭਾਈ ਸਾਹਿਬ ਲਿਖਦੇ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਖਿਆ, ਸਿੱਖੋ ਜਿਸ मालिक का घोड़ा होवे तिस मालिक के दर पर बन आवे, फिर उस घोड़े की जिम्मेवारी उस मालिक नूं होवे। इदां भाई मनी सिंह जी लिखदे। पुरानी सदूकड़ी बोली पंजाबी विच इदां लिखी जाती, लिखण पढ़न दे विच इह बोली वरती जाती सी। इसे करके गुरु साहबां दे जिन्ने हुक्मनामे पढ़ोगे लिखे पंजाबी च ने, उचारण उन्हां दा हिंदी टाइप दे विच हुंदा। गुरु गुरु जपो गुरु रखेगा, इदां हुक्मनामा। सर्वत गुरु खालसे नूं आग्या है हमारे दर्शन को आवो, इदां ये बोली, ये सदूकड़ी ਜਿਹੜੀ ਬੋਲੀ ਸੀ ਉਹ ਬੋਲੀ ਜਾਂਦੀ, ਇਹਨੂੰ ਸਦੂਕੜੀ ਬੋਲੀ ਕਹਿੰਦੇ। ਲਿਖਣ ਬੋਲਣ ਵਿੱਚ, ਲਿਖਣ ਵਿੱਚ ਬੋਲਣ ਵਿੱਚ ਆਮ ਜਿਵੇਂ ਆਪਾਂ ਬੋਲਦੇ ਹਾਂ, ਲਿਖਣ ਵਿੱਚ ਇਹ ਬੋਲੀ ਕੰਮ ਵਰਤੀ ਜਾਂਦੀ ਸੀ, ਇਹ ਲਿਪੀ ਵਰਤੀ ਜਾਂਦੀ ਸੀ। ਕਹਿੰਦੇ ਜਦੋਂ ਘੋੜਾ ਤੁਸੀਂ ਸਾਂਭ ਰਹੇ ਹੋ, ਵੇਖੋ ਵੀ ਹੁਣ ਇਹ ਮਾਲਕ ਦਾ ਉਹਦੇ ਦਰਵਾਜ਼ੇ 'ਤੇ ਬੰਨ੍ਹ ਦਿਓ, ਫਿਰ ਉਸ ਮਾਲਕ ਨੂੰ ਜ਼ਿੰਮੇਵਾਰੀ ਹੈ ਵੀ ਮੈਂ ਇਹਦੀ ਸੰਭਾਲ ਕਰਨੀ, ਇਹਨੂੰ ਦਾਣਾ ਪੱਠਾ ਪਾਉਣਾ। ਕਹਿੰਦੇ ਇਸੇ ਤਰ੍ਹਾਂ ਜਦੋਂ ਆਪਣਾ ਪਰਿਵਾਰ ਤੁਸੀਂ ਆਪਣੇ ਗੁਰੂ ਅੱਗੇ ਸਮਰਪਣ ਕਰ ਦਿਓ, ਮਹਾਰਾਜ ਇਹ ਤੁਹਾਡਾ, ਮੇਰਾ ਇਹਦੇ ਨਾਲ ਕੋਈ ਨਾਤਾ ਨਹੀਂ, ਤੁਹਾਡਾ ਗੁਰੂ ਨੂੰ ਸਮਰਪਣ ਕਰ ਦਿਓਗੇ, ਫਿਰ ਉਸ ਪਰਿਵਾਰ ਦੀ ਜ਼ਿੰਮੇਵਾਰੀ ਵੀ ਗੁਰੂ ਦੀ ਹੋ ਜਾਏਗੀ, ਉਹ ਆਪੇ ਕਿਰਪਾ ਕਰਨਗੇ। ਸਤਿਗੁਰੂ ਜੀ ਤਰਸ ਕਰਨੀ, ਅਰਦਾਸ ਕਰਨੀ। ਕਈ ਮਾਂ ਬਾਪ ਪਰੇਸ਼ਾਨ ਵੇਖੇ ਜਾਂਦੇ ਆ, ਸਾਡੇ ਬੱਚੇ ਬਚਨ ਵਿੱਚ ਨਹੀਂ, ਬਾਣੀ ਨਹੀਂ ਪੜ੍ਹਦੇ। ਗੁਰੂ ਅੱਗੇ ਅਰਦਾਸ ਕਰੋ, ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ਣ। ਉਹਨਾਂ ਨਾਲ ਉਲਝਣ ਦੀ ਬਜਾਏ, ਬਹਿਸਬਾਜ਼ੀ ਕਰਨ ਦੀ ਬਜਾਏ ਉਹ ਹੋਰ ਟੁੱਟਦੇ ਚਲੇ ਜਾਂਦੇ ਹੈ। ਗੁਰੂ ਚਰਨਾਂ 'ਚ ਅਰਦਾਸ, ਆਪਣਾ ਭਜਨ ਬੰਦਗੀ ਵਧਾ ਦਿਓ ਕਿ ਤੁਹਾਨੂੰ ਵੇਖਦਿਆਂ ਉਹਨਾਂ ਨੂੰ ਵੀ ਰੰਗ ਲੱਗਣ ਲੱਗ ਜਾਏ। ਤੇ ਜੇ ਆਪ ਭਜਨ ਬੰਦਗੀ ਨਹੀਂ ਵਧਾਣੀ, ਆਪਣਾ ਬਾਣੀ ਨਹੀਂ ਪੜ੍ਹਨੀ, ਤੇ ਆਖੀਏ ਦੂਜਾ ਪੜ੍ਹਨ ਲੱਗ ਪਵੇ, ਫਿਰ ਔਖਾ ਹੈ ਨਾ। ਖੈਰ, ਗੁਰਮੁਖ ਆਪਣਾ ਪਰਿਵਾਰ ਵੀ ਸੁਧਾਰ ਲੈਂਦੇ ਹਨ।